ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਤੁਹਾਨੂੰ ਇਸ ਵੀਡੀਓ ਦੇ ਰਾਹੀਂ ਮੈਂ ਕੁਝ ਸਮਝਾਉਣ ਦਾ ਯਤਨ ਕਰਦਾ ਹਾਂ। ਕਿਉਂ ਸਾਡੇ ਇੰਨੇ ਵੱਡੇ ਵੱਡੇ ਮੋਰਚਿਆਂ ਦੇ ਵਿੱਚ ਸਾਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸਾਡੇ ਆਪਣੇ ਹੀ ਸਾਡੇ ਵਿੱਚ ਵੜ ਕੇ ਸਾਡਾ ਨੁਕਸਾਨ ਕਰ ਜਾਂਦੇ ਨੇ। ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ ਜਿਹੜੀ ਮੈਨੂੰ ਬੜੀ ਸਿੱਖਿਆਦਾਇਕ ਲੱਗੀ। ਕਿਸੇ ਨੇ ਬੜੀ ਵਧੀਆ ਕਹਾਣੀ ਲਿਖੀ ਆ। ਉਹ ਕਹਿੰਦੇ ਇੱਕ ਬਾਜ਼ਾਰ ਦੇ ਵਿੱਚ ਇੱਕ ਸ਼ਿਕਾਰੀ ਤਿੱਤਰ ਵੇਚ ਰਿਹਾ ਸੀ। ਉਹਦੇ ਕੋਲ ਛੋਟੇ ਬਕਸੇ ਵਿੱਚ ਇੱਕ ਤਿੱਤਰ ਤੇ ਵੱਡੇ ਬਕਸੇ ਵਿੱਚ ਬਹੁਤ ਸਾਰੇ ਤਿੱਤਰ ਸਨ। ਬਾਜ਼ਾਰ ਦੇ ਵਿੱਚ ਬੈਠਾ ਵੇਚ ਰਿਹਾ ਸੀ। ਇੱਕ ਗਾਹਕ ਆਇਆ। ਗਾਹਕ ਨੇ ਆ ਕਰਕੇ ਪੁੱਛਿਆ, ਭਾਈ ਇਹ ਤਿੱਤਰਾਂ ਦਾ ਕੀ ਰੇਟ ਹੈ, ਕਿੰਨੇ ਦੇ ਦਵੇਂਗਾ? ਤਾਂ ਸ਼ਿਕਾਰੀ ਨੇ ਕਿਹਾ ਅੱਗੋਂ ਕਿ ਇੱਕ ਤਿੱਤਰ ਦਾ ਜਿਹੜਾ ਰੇਟ ਹੈ ਉਹ 40 ਰੁਪਏ ਹੈ। 40 ਰੁਪਏ ਦਾ ਇੱਕ ਦਵਾਂਗਾ। ਪਰ ਉਸ ਗਾਹਕ ਦੀ ਨਿਗਾਹ ਉਸ ਪਿੰਜਰੇ ਤੇ ਪਈ ਜਿਸ ਪਿੰਜਰੇ ਦੇ ਵਿੱਚ ਇੱਕ ਤਿੱਤਰ ਸੀ। ਗਾਹਕ ਨੇ ਛੋਟੇ ਬਕਸੇ ਵਾਲੇ ਤਿੱਤਰ ਵੱਲ ਇਸ਼ਾਰਾ ਕਰਕੇ ਪੁੱਛਿਆ, ਆਹ ਕਿੰਨੇ ਦਾ ਹੈ? ਤਾਂ ਸ਼ਿਕਾਰੀ ਨੇ ਕਿਹਾ, ਅੱਬਲ ਤਾਂ ਮੈਂ ਇਹਨੂੰ ਵੇਚਣਾ ਨਹੀਂ, ਕਿਉਂਕਿ ਇਹ ਮੇਰਾ ਆਪਣਾ ਤਿੱਤਰ ਹੈ, ਮੈਂ ਇਹਨੂੰ ਵੱਖਰਾ ਰੱਖਦਾ ਹਾਂ। ਗਾਹਕ ਕਹਿਣ ਲੱਗਾ, ਨਹੀਂ, ਮੈਨੂੰ ਇਹਦੇ ਬਾਰੇ ਦੱਸ, ਕਿਉਂ ਨਹੀਂ ਵੇਚਣਾ, ਮੈਂ ਇਹ ਹੀ ਲੈਣਾ ਹੈ। ਤਾਂ ਅੱਗੋਂ ਸ਼ਿਕਾਰੀ ਕਹਿਣ ਲੱਗਿਆ ਕਿ ਜੇ ਇਹ ਲਵੇਂਗਾ ਤਾਂ ਇਹਦੀ ਜਿਹੜੀ ਕੀਮਤ ਹੈ ਉਹ 500 ਰੁਪਇਆ ਹੈ। ਗਾਹਕ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ, ਬਾਕੀਆਂ ਨਾਲੋਂ ਇਹਦੀ ਕੀਮਤ ਵਧੇਰੇ ਕਿਉਂ? ਸ਼ਿਕਾਰੀ ਨੇ ਕਿਹਾ, ਇਹ ਮੇਰਾ ਪਾਲਤੂ ਵਫਾਦਾਰ ਜਾਨਵਰ ਹੈ। ਇਹਦੀ ਖਾਸੀਅਤ ਇਹ ਹੈ ਕਿ ਇਹ ਆਪਦੇ ਸਾਥੀਆਂ ਨੂੰ ਜਾਲ ਵਿੱਚ ਫਸਾਉਣ ਦੀ ਕਲਾ ਜਾਣਦਾ ਹੈ। ਬਾਕੀ ਦੇ ਤਿੱਤਰ ਸਭ ਇਹਦੇ ਫਸਾਏ ਹੋਏ ਨੇ। ਇਹ ਚੀਖ ਪੁਕਾਰ ਕਰਕੇ ਆਪਣੇ ਸਾਥੀਆਂ ਨੂੰ ਮੇਰੇ ਕੋਲ ਜਿਹੜਾ ਜਾਲ ਵਿਛਾਇਆ ਹੁੰਦਾ ਹੈ ਉਹਦੇ ਵਿੱਚ ਹੋਰ ਦੂਜੇ ਤਿੱਤਰਾਂ ਨੂੰ ਲੈ ਆਉਂਦਾ ਹੈ। ਕਿਉਂ ਇਹ ਉੱਥੇ ਚੀਖ ਪੁਕਾਰਦਾ ਹੈ, ਤਿੱਤਰਾਂ ਨੂੰ ਭੁਲੇਖਾ ਪੈ ਜਾਂਦਾ ਕਿ ਇਹ ਸਾਡਾ ਆਪਣਾ ਹੈ ਕੋਈ, ਤੇ ਇਹਦੇ ਕੋਲ ਆ ਜਾਂਦੇ ਨੇ ਤੇ ਜਿਹੜੇ ਤਿੱਤਰ ਮੇਰੇ ਜਾਲ ਦੇ ਵਿੱਚ ਫਸ ਜਾਂਦੇ ਨੇ। ਬਾਕੀ ਦੇ ਘੱਟ ਸਮਝ ਵਾਲੇ ਤਿੱਤਰ ਬਿਨਾਂ ਸੋਚੇ ਸਮਝੇ ਇਕੱਠੇ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਹਾਂ। ਇਸ ਤੋਂ ਬਾਅਦ ਫਸਾਉਣ ਵਾਲੇ ਤਿੱਤਰ ਨੂੰ ਮੈਂ ਮਨਪਸੰਦ ਖੁਰਾਕ ਵੀ ਦਿੰਦਾ ਹਾਂ, ਜਿਹਦੇ ਕਰਕੇ ਇਹ ਹਮੇਸ਼ਾ ਖੁਸ਼ ਰਹਿੰਦਾ ਹੈ। ਇਸ ਲਈ ਇਹਦੀ ਕੀਮਤ ਜ਼ਿਆਦਾ ਹੈ। ਬਾਜ਼ਾਰ ਵਿੱਚ ਇੱਕ ਸਮਝਦਾਰ ਆਦਮੀ ਨੇ ਸ਼ਿਕਾਰੀ ਨੂੰ 500 ਰੁਪਇਆ ਦੇ ਕੇ ਬਾਜ਼ਾਰ ਵਿੱਚੋਂ ਤਿੱਤਰ ਨੂੰ ਖਰੀਦ ਲਿਆ। ਕਹਿੰਦੇ ਸਰੇਆਮ ਬਾਜ਼ਾਰ ਦੇ ਵਿੱਚ ਉਸ ਤਿੱਤਰ ਦੀ ਉਹਨੇ ਧੌਣ ਤੋਂ ਫੜ ਕਰਕੇ ਗਰਦਨ ਨੂੰ ਮਰੋੜ ਦਿੱਤਾ, ਉੱਥੇ ਹੀ ਉਹਨੂੰ ਮਾਰ ਦਿੱਤਾ। ਵੇਖਣ ਵਾਲੇ ਬੜੇ ਹੈਰਾਨ ਹੋਏ। ਸ਼ਿਕਾਰੀ ਬੜਾ ਹੈਰਾਨ ਹੋਇਆ ਕਿ ਤੂੰ ਕਿੱਦਾਂ ਦਾ ਮਨੁੱਖ ਹੈ, ਕਿੱਦਾਂ ਦਾ ਬੰਦਾ ਹੈ। ਪਹਿਲਾਂ ਤੂੰ ਮਹਿੰਗਾ ਤਿੱਤਰ ਖਰੀਦ ਲਿਆ, ਫਿਰ ਖਰੀਦ ਕੇ ਇਹਨੂੰ ਬਾਜ਼ਾਰ ਦੇ ਵਿੱਚ ਹੀ ਮਾਰ ਦਿੱਤਾ, ਕਾਰਨ ਕੀ ਹੈ? ਤਾਂ ਉਹਦਾ ਜਵਾਬ ਸੀ, ਕਹਿੰਦੇ ਦਗੇਬਾਜ਼ ਨੂੰ ਜਿਉਣ ਦਾ ਕੋਈ ਹੱਕ ਨਹੀਂ, ਕਿਉਂਕਿ ਬਾਕੀ ਦੇ ਘੱਟ ਸਮਝ ਵਾਲੇ ਤਿੱਤਰ ਬਿਨਾਂ ਸੋਚੇ ਸਮਝੇ ਇਕੱਠੇ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਖਰੀਦਿਆ ਨਹੀਂ ਇਸੇ ਕਰਕੇ, ਕਿਉਂਕਿ ਉਹ ਬੇਸਮਝ ਸਨ। ਪਰ ਇਹ ਜੋ ਤਿੱਤਰ ਹੈ ਇਹ ਆਪਣੇ ਨਾਲਦਿਆਂ ਨੂੰ, ਆਪਣੇ ਸਾਥੀਆਂ ਨੂੰ, ਆਪਣੇ ਕੌਮ ਨੂੰ ਹੀ ਧੋਖਾ ਦਿੰਦਾ ਹੈ, ਕਿਉਂਕਿ ਉਹਦੇ ਫਸਾਏ ਹੋਏ ਇਹ ਫਸ ਜਾਂਦੇ ਨੇ।
ਤੇ ਇਹੀ ਹਾਲਾਤ ਗੁਰਮੁਖ ਪਿਆਰਿਓ ਸਾਡੀ ਕੌਮ ਦੇ ਬਣੇ ਹੋਏ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਅਦਬੀ ਹੁੰਦੀ ਹੈ, ਵੱਡੇ ਵੱਡੇ ਮੋਰਚੇ ਲੱਗਦੇ ਨੇ। ਬਰਗਾੜੀ ਦੇ ਵਿੱਚ ਬੜਾ ਵੱਡਾ ਮੋਰਚਾ ਲੱਗਿਆ, ਹੋਰ ਕਿੰਨੇ ਵਾਰ ਕਿੰਨੇ ਮੋਰਚੇ ਲੱਗਦੇ ਰਹੇ ਨੇ। ਹੁਣ ਜੋ ਕਿਸਾਨਾਂ ਦੇ ਮੋਰਚੇ ਚੱਲ ਰਹੇ ਨੇ, ਅੱਜ ਕੱਲ ਕਿਸਾਨਾਂ ਦੇ ਬਿੱਲ ਜੋ ਖਿਲਾਫ ਆ ਗਏ, ਪਰ ਵੱਡਾ ਕਾਰਨ ਇਹ ਹੁੰਦਾ ਹੈ ਸਾਡੇ ਵਿੱਚ ਹੀ ਦਗੇਬਾਜ਼ ਲੋਕ ਜਿਹੜੇ ਸਰਕਾਰਾਂ ਦੇ ਕੋਲੀ ਚੱਟ ਹੁੰਦੇ ਨੇ। ਉਹ ਲੱਗਦੇ ਤਾਂ ਸਾਡੇ ਵਰਗੀ ਨੇ, ਸਾਡੇ ਵਿੱਚ ਆ ਕੇ ਉਹਨਾਂ ਨੇ ਬੜੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ। ਸਾਨੂੰ ਭਰੋਸਾ ਬੜੀ ਛੇਤੀ ਹੋ ਜਾਂਦਾ ਹੈ ਕਿ ਇਹ ਬੰਦਾ ਸਹੀ ਹੈ ਤੇ ਗੱਲ ਬੜੀ ਚੜ੍ਹਦੀ ਕਲਾ ਦੀ ਕਰਦਾ ਪਿਆ, ਤੇ ਅਸੀਂ ਭਰੋਸਾ ਕਰ ਲੈਂਦੇ ਹਾਂ। ਪਰ ਅੰਦਰੋਂ ਉਹਨਾਂ ਦੀ ਸੈਟਿੰਗ ਉੱਪਰ ਤੱਕ ਹੁੰਦੀ ਹੈ ਤੇ ਵੱਡੇ ਵੱਡੇ ਮੋਰਚਿਆਂ ਦੇ ਵਿੱਚ ਇਹ ਲੋਕ ਜਾਂਦੇ ਨੇ। ਜਿਸ ਤਰ੍ਹਾਂ ਉਹ ਤਿੱਤਰ ਆਪਣੇ ਸਾਥੀਆਂ ਨੂੰ ਫਸਾਉਂਦਾ ਸੀ ਤੇ ਉਹਨੂੰ ਉਹਦੀ ਮਨਪਸੰਦ ਖੁਰਾਕ ਮਿਲ ਜਾਂਦੀ ਸੀ, ਇਸੇ ਤਰ੍ਹਾਂ ਹੀ ਸਾਡੇ ਵਿੱਚ ਕੌਲੀ ਚੱਟ ਨੇ, ਬਾਦਲ ਵਰਗੇ, ਸੁਖਬੀਰ ਬਾਦਲ ਵਰਗੇ, ਕੈਪਟਨ ਵਰਗੇ। ਇਹ ਤਾਂ ਚਲੋ ਵੱਡੇ ਆ ਗਏ, ਇਹ ਤਾਂ ਸੈਂਟਰ ਸਰਕਾਰ ਦੇ ਕੌਲੀ ਚੱਟ ਹੈ ਹੀ ਨੇ। ਸਾਡੇ ਆਪਣੇ ਵਿੱਚ ਹੀ ਨਗਰਾਂ ਪਿੰਡਾਂ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਨੇ ਕਿ ਹਰ ਤਰ੍ਹਾਂ ਦੇ ਲੋਕ ਇਹਨਾਂ ਵੱਡਿਆਂ ਲੋਕਾਂ ਨੇ ਰੱਖੇ ਹੁੰਦੇ ਨੇ। ਜੇ ਕਿਤੇ ਸਿੰਘਾਂ ਦਾ ਮੋਰਚਾ ਹੈ, ਵਿੱਚ ਬਾਣੇ ਵਾਲੇ ਚੱਲ ਗਏ, ਅੰਮ੍ਰਿਤਧਾਰੀ ਚੱਲ ਗਏ, ਅਟੈਚਮੈਂਟ ਉਹਨਾਂ ਦੀ ਸਰਕਾਰ ਦੇ ਨਾਲ ਹੁੰਦੀ ਹੈ ਤੇ ਵੱਡੇ ਵੱਡੇ ਮੋਰਚਿਆਂ ਨੂੰ ਫੇਲ ਕਰ ਦਿੰਦੇ ਨੇ। ਕਿਉਂ? ਕਿਉਂਕਿ ਅਸੀਂ ਉਹਨਾਂ ਤੇ ਭਰੋਸਾ ਬੜੀ ਛੇਤੀ ਕਰ ਲੈਂਦੇ ਹਾਂ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਉਹਨੇ ਤਿੱਤਰ ਨੂੰ ਖਰੀਦ ਕਰਕੇ ਸਰੇਆਮ ਬਾਜ਼ਾਰ ਦੇ ਵਿੱਚ ਉਹਦੀ ਧੌਣ ਨੂੰ ਮਰੋੜ ਦਿੱਤਾ ਕਿ ਦਗੇਬਾਜ਼ਾਂ ਨੂੰ ਜਿਉਣ ਦਾ ਕੋਈ ਫਾਇਦਾ ਨਹੀਂ, ਇਹ ਆਪਣਿਆਂ ਦਾ ਹੀ ਨੁਕਸਾਨ ਕਰਦੇ ਨੇ। ਜਿਸ ਤਰ੍ਹਾਂ ਆਪਾਂ ਸੁਣਦੇ ਆਉਂਦੇ ਆ ਕਿ ਘਰ ਕਾ ਭੇਤੀ ਲੰਕਾ ਢਾਹੇ, ਤੇ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ ਸਮਝਣ ਦਾ ਯਤਨ ਕਰੀਏ ਕਿ ਸਾਡੇ ਆਪਣੇ ਹੀ ਸਾਡਾ ਨੁਕਸਾਨ ਕਰ ਜਾਂਦੇ ਨੇ, ਸਾਨੂੰ ਦੂਸਰਿਆਂ ਤੋਂ ਖਤਰਾ ਹੀ ਕੋਈ ਨਹੀਂ। ਇਹ ਕਹਾਣੀ ਮੈਨੂੰ ਬੜੀ ਵਧੀਆ ਸਿੱਖਿਆਦਾਇਕ ਲੱਗੀ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਬਾਕੀ ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।